ਸਾਰੇ ਭੈਣ ਭਰਾਵਾਂ ਨੂੰ ਜੈ ਮਸੀਹ ਦੀ। ਅੱਜ ਦੇ ਵਚਨ ਦਾ ਮਨਨ ਕਰਨ ਤੋਂ ਪਹਿਲਾਂ ਅਸੀਂ ਪ੍ਰਾਰਥਨਾ ਵਿੱਚ ਜਾਵਾਂਗੇ। ਦਿਆਲੂ ਪ੍ਰਭੂ, ਅਸੀਂ ਤੇਰਾ ਧੰਨਵਾਦ, ਤੇਰੀ ਮਹਿਮਾ, ਤੇਰੀ ਵਡਿਆਈ ਕਰਦੇ ਹਾਂ। ਤੂੰ ਰਾਜਿਆਂ ਦਾ ਰਾਜਾ ਹੈ, ਪ੍ਰਭੂਆਂ ਦਾ ਪ੍ਰਭੂ, ਸਰਵ ਸ਼ਕਤੀਮਾਨ, ਸਰਵ ਵਿਆਪੀ, ਸਰਵਗਿਆ ਪਰਮੇਸ਼ਰ ਹੈ। ਤੂੰ ਸਾਨੂੰ ਕਦੇ ਛੱਡਦਾ ਨਹੀਂ, ਕਦੇ ਤਿਆਗਦਾ ਨਹੀਂ। ਹਮੇਸ਼ਾ ਸਾਡੇ ਵਿੱਚ ਆਪਣੀ ਭਗਤੀ ਅਤੇ ਜਲਾਲ ਦਾ ਕੰਮ ਕਰਕੇ ਸਾਨੂੰ ਆਪਣੇ ਸਵਰਗ ਰਾਜ ਵਿੱਚ ਪਰਮੇਸ਼ਰਤਾ ਲਈ ਫਿਰਦਾ ਹੈ ਅਤੇ ਉਸ ਦੇ ਭੇਤਾਂ ਨੂੰ ਪ੍ਰਗਟ ਕਰਕੇ ਸਾਨੂੰ ਉਸ ਦੇ ਵਿੱਚ ਜਿਉਣ ਦੇ ਲਈ ਬਲ ਦਿੰਦਾ ਹੈ। ਉਸ ਦੇ ਲਈ ਅਸੀਂ ਤੇਰਾ ਧੰਨਵਾਦ, ਤੇਰੀ ਮਹਿਮਾ ਕਰਦੇ ਹਾਂ। ਸਾਨੂੰ ਦਿਨ ਪ੍ਰਤੀ ਦਿਨ ਆਪ ਦੇ ਰਾਜ ਵਿੱਚ ਅੱਗੇ ਵਧਣ ਦੇ ਲਈ, ਉਸ ਦੇ ਵਿੱਚ ਪਰਮੇਸ਼ਰਤਾ ਚੱਲਣ ਦੇ ਲਈ ਮਦਦ ਕਰ। ਸੁਣਨ ਵਾਲੇ ਅਤੇ ਬੋਲਣ ਵਾਲੇ ਦੋਨਾਂ ਨੂੰ ਆਪਣੇ ਪਵਿੱਤਰ ਆਤਮਾ ਦੀ ਅਗਵਾਈ ਦੇ ਨਾਲ ਪਰਮੇਸ਼ਰਤਾ ਸਿੱਖਣ ਅਤੇ ਸਿਖਾਉਣ ਦੇ ਵਿੱਚ ਮਦਦ ਕਰੀ। ਸਾਰਾ ਕੁਝ ਤੇਰੇ ਹੱਥਾਂ ਵਿੱਚ ਸੌਂਪਦੇ ਹੋਏ ਬੇਨਤੀ ਮਸੀਹ ਯਸੂ ਦੇ ਪਵਿੱਤਰ ਤੇ ਸਮਰਥੀ ਨਾਮ ਚ ਮੰਗਦੇ ਹਾਂ, ਆਮੀਨ। ਪਿਆਰੇ ਅਜ਼ੀਜ਼, ਅੱਜ ਦਾ ਜੋ ਵਚਨ ਦਾ ਭਾਗ ਹੈ ਉਹ ਮੈਂ ਰਸੂਲਾਂ ਦੇ ਕਰਤੱਵ 4 ਅਧਿਆਏ ਉਸ ਦੀ 20 ਆਇਤ ਦੇ ਵਿੱਚੋਂ ਲਿਆ ਹੈ। ਇੱਥੇ ਲਿਖਿਆ ਹੈ, ਕਿਉਂਕਿ ਇਹ ਸਾਥੋਂ ਹੋ ਨਹੀਂ ਸਕਦਾ ਕਿ ਜਿਹੜੀਆਂ ਗੱਲਾਂ ਅਸਾਂ ਵੇਖੀਆਂ ਅਤੇ ਸੁਣੀਆਂ ਉਹ ਨਾ ਆਖੀਏ। ਜਿਹੜੀਆਂ ਗੱਲਾਂ ਅਸੀਂ ਸੁਣੀਆਂ ਅਤੇ ਵੇਖੀਆਂ ਉਹ ਨਾ ਆਖੀਏ। ਇਹਦਾ ਮਤਲਬ ਮੈਂ ਆਪ ਨੂੰ ਸਮਝਾਉਣਾ ਚਾਹੁੰਦਾ ਹਾਂ। ਇਹਨਾਂ ਦਿਨਾਂ ਦੇ ਸਮਿਆਂ ਦੇ ਵਿੱਚ ਬਹੁਤ ਸਾਰੇ ਮਸੀਹੀ ਲੋਕ ਤਰ੍ਹਾਂ ਤਰ੍ਹਾਂ ਦੇ ਕਾਰਜ ਕਰਦੇ ਨੇ ਔਰ ਤਰ੍ਹਾਂ ਤਰ੍ਹਾਂ ਦੇ ਨਾਲ ਪਰਮੇਸ਼ਰ ਦੇ ਵਚਨ ਦੀ ਮੁਨਾਦੀ ਕਰਦੇ ਨੇ ਅਤੇ ਕਈ ਤਾਂ ਮੁਨਾਦੀ ਦਾ ਕੰਮ ਛੱਡ ਕੇ ਖਾਣ ਪਣਾਉਣ ਦੀ ਸੇਵਾ ਦੇ ਵਿੱਚ ਲੱਗ ਜਾਂਦੇ ਨੇ। ਕਈ ਇਜਲਾਸ ਕਰਨ ਦੇ ਵਿੱਚ ਲੱਗ ਜਾਂਦੇ ਨੇ। ਕਈ ਲੋਕ ਆਪਣਾ ਮਸੀਹ ਦੇ ਕਾਰਜਾਂ ਦੇ ਵਿੱਚ ਆਪਣੇ ਆਪ ਨੂੰ ਅਜਿਹਾ ਵਿਵਸਥਿਤ ਕਰਦੇ ਨੇ ਕਿ ਸਾਡੇ ਵਰਗਾ ਇਸ ਧਰਤੀ ਦੇ ਵਿੱਚ ਕੋਈ ਪਵਿੱਤਰ ਪੁਰਖ ਜਾਂ ਹੈ ਹੀ ਨਹੀਂ। ਅਜਿਹੀ ਸਿੱਖਿਆ ਔਰ ਅਜਿਹਾ ਕਾਰਜ ਸਾਡੇ ਇਸ ਸਮੇਂ ਦੇ ਸਮਾਜ ਵਿੱਚ ਚੱਲ ਰਿਹਾ ਹੈ। ਔਰ ਇਸੇ ਲਈ ਜੋ ਮੈਂ ਸਬਜੈਕਟ ਅੱਜ ਲਿਆ ਹੈ ਇਹਦੇ ਵਿੱਚੋਂ ਉਹ ਇਹ ਹੈ ਕਿ ਵਿਸ਼ਵਾਸੀ ਪ੍ਰਭੂ ਯਿਸੂ ਮਸੀਹ ਦੇ ਵਚਨ ਲਈ ਗੈਰਤ ਵਾਲਾ ਹੋਵੇ। ਵਿਸ਼ਵਾਸੀ ਪ੍ਰਭੂ ਯਿਸੂ ਮਸੀਹ ਦੇ ਵਚਨ ਲਈ ਗੈਰਤ ਵਾਲਾ ਹੋਵੇ। ਗੈਰਤ ਮਤਲਬ ਅਣਖ ਵਾਲਾ। ਅਣਖ ਅਸੀਂ ਚੰਗੀ ਤਰ੍ਹਾਂ ਸਮਝਦੇ ਹਾਂ, ਜੀਲ, ਜਿਸ ਨੂੰ ਪੰਜਾਬੀ ਇੰਗਲਿਸ਼ ਦੇ ਵਿੱਚ ਆਖਿਆ ਗਿਆ। ਇਸ ਦਾ ਮਤਲਬ ਹੈ ਸਾਡੇ ਵਿੱਚ ਇਹੋ ਜਿਹੀ ਗੈਰਤ ਹੋਣੀ ਚਾਹੀਦੀ ਹੈ ਕਿ ਅਸੀਂ ਉਸ ਦੇ ਲਈ ਆਪਣੇ ਜੀਵਨ ਨੂੰ ਪ੍ਰਭੂ ਦੀ ਇੱਛਾ ਦੇ ਅਨੁਸਾਰ ਨਿਸ਼ਾਵਰ ਕਰਨ ਵਾਲੇ ਹੋ ਸਕੀਏ। ਜਦੋਂ ਮੈਂ ਵਚਨ ਨੂੰ ਪੜ੍ਹ ਰਿਹਾ ਸੀ ਤਾਂ ਮੈਨੂੰ ਬਹੁਤ ਸਾਰੀਆਂ ਗੱਲਾਂ ਚੇਤਾ ਆ ਰਹੀਆਂ ਸੀ ਜੋ ਵਚਨ ਦੇ ਨਾਲ ਸੰਬੰਧਿਤ ਨੇ। ਇੱਥੇ ਕਲੀਸਿਆ ਦੇ ਵਿੱਚ ਆਰੰਭਿਕ ਸਮੇਂ ਦੇ ਵਿੱਚ ਸਤਾਵ ਸ਼ੁਰੂ ਹੋਇਆ ਸੀ ਯਹੂਦੀਆਂ ਦੇ ਵੱਲੋਂ, ਜਦੋਂ ਪਤਰਸ ਅਤੇ ਯਹੋਨਾ ਨੂੰ ਯਹੂਦੀਆਂ ਨੇ ਫੜ ਲਿਆ ਸੀ। ਉਹਨਾਂ ਨੂੰ ਇਹ ਕਿਹਾ ਸੀ ਕਿ ਤੁਸੀਂ ਯਿਸੂ ਮਸੀਹ ਦੇ ਨਾਮ ਦਾ ਪ੍ਰਚਾਰ ਨਹੀਂ ਕਰਨਾ ਹੈ। ਤਦ ਉਹਨਾਂ ਨੇ ਕਿਹਾ ਸੀ, ਕਿਉਂਕਿ ਇਹ ਸਾਥੋਂ ਹੋ ਨਹੀਂ ਸਕਦਾ ਕਿ ਜਿਹੜੀਆਂ ਗੱਲਾਂ ਅਸੀਂ ਵੇਖੀਆਂ ਸੁਣੀਆਂ ਅਤੇ ਉਹ ਨਾ ਆਖੀਏ। ਜਿਹੜੀਆਂ ਗੱਲਾਂ ਅਸਾਂ ਵੇਖੀਆਂ ਅਤੇ ਸੁਣੀਆਂ ਉਹ ਨਾ ਆਖੀਏ। ਉਹਨਾਂ ਨੇ ਪ੍ਰੈਕਟੀਕਲੀ ਪ੍ਰਭੂ ਯਿਸੂ ਮਸੀਹ ਦੇ ਜੀਵਨ ਨੂੰ ਵੇਖਿਆ ਸੀ ਤੇ ਉਹਦਾ ਜੀ ਉੱਠਣ ਦਾ ਅਤੇ ਉਸ ਦੇ ਸੱਚਾਈ ਦੇ ਅਤੇ ਉਸ ਦੇ ਆਉਣ ਦਾ ਉਦੇਸ਼ ਜੋ ਉਹਨਾਂ ਨੇ ਉਸ ਤੋਂ ਜਾਣਿਆ ਸੀ, ਉਸ ਨੂੰ ਉਹ ਪ੍ਰਕਾਸ਼ਵਾ ਕਰਕੇ ਪ੍ਰਕਾਸ਼ਿਤ ਕਰ ਰਹੇ ਸਨ। ਪਰ ਮੈਂ ਇਹ ਸਮਝਦਾ ਹਾਂ ਕਿ ਧਾਰਮਿਕ ਪ੍ਰਧਾਨਾਂ ਅਤੇ ਰਸੂਲਾਂ ਨੇ ਉਹਨਾਂ ਨੂੰ ਚਿਤਾਰ ਕੇ ਕਿਹਾ ਕਿ ਯਿਸੂ ਦੇ ਨਾਮ ਵਿੱਚ ਤੁਸੀਂ ਕੁਝ ਨਹੀਂ ਬੋਲਣਾ ਹੈ। ਕਈ ਜਗ੍ਹਾ ਦੇ ਉੱਤੇ ਕਈ ਮਸੀਹਾਂ ਨੂੰ ਜਦੋਂ ਆਪਣਾ ਪ੍ਰਚਾਰ ਕਰਦੇ ਨੇ ਤਾਂ ਉਹਨਾਂ ਦੇ ਨਾਲ ਇਸ ਤਰ੍ਹਾਂ ਦਾ ਅਕਸਰ ਗੱਲਬਾਤ ਜ਼ਰੂਰ ਹੁੰਦੀ ਹੈ। ਮੈਨੂੰ ਇੱਕ ਗੱਲ ਯਾਦ ਹੈ ਕਿ
ਸ਼ੁਰੂ ਦੇ ਦਿਨਾਂ ਦੇ ਵਿੱਚ ਜਦੋਂ ਮੈਂ ਝੋਲਾ ਲੈ ਕੇ ਪ੍ਰਚਾਰ ਕਰਦਾ ਹੁੰਦਾ ਸਾਂ ਤਾਂ ਕਈ ਆਪਣਾ ਇਹੋ ਜਿਹੇ ਆਪਣਾ ਜਵਾਨ ਉੱਠ ਖੜੇ ਹੋਏ ਜਿਨ੍ਹਾਂ ਨੇ ਵੀ ਇਸ ਤਰ੍ਹਾਂ ਝੋਲਾ ਚੱਕਿਆ। ਉਹਨਾਂ ਨੇ ਕਿਹਾ ਸੀ ਵੀ ਭਾਈ ਤੁਹਾਡੇ ਵਾਂਗ ਪ੍ਰਚਾਰ ਕਰਨਾ। ਮੈਂ ਕਿਹਾ ਠੀਕ ਆ, ਬਹੁਤ ਅੱਛੀ ਗੱਲ ਹੈ, ਜਾਓ ਜਾਓ ਤੇ ਪ੍ਰਚਾਰ ਕਰੋ, ਪਰ ਸਿੱਖ ਲਵੋ। ਉਹਨਾਂ ਨੇ ਸਿੱਖਣ ਦੀ ਬਜਾਏ ਉਹਨਾਂ ਨੇ ਦੇਖਿਆ ਕਿ ਇਹ ਪ੍ਰਚਾਰ ਕਰ ਰਿਹਾ, ਬਹੁਤ ਅੱਛਾ ਲੱਗ ਰਿਹਾ ਹੈ ਔਰ ਇਹਦੇ ਵਿੱਚ ਰਿਸਪੈਕਟ ਵੀ ਹੈ, ਇੱਜ਼ਤ ਵੀ ਹੈ, ਸਭ ਕੁਝ ਹੈ। ਪਰ ਜਦੋਂ ਲੈ ਕੇ ਆਪਣਾ ਉਸ ਪ੍ਰਚਾਰ ਨੂੰ ਲੈ ਕੇ ਨਿਕਲੇ, ਉਹਨਾਂ ਨੇ ਇੱਕ ਦਰਵਾਜ਼ੇ 'ਤੇ ਪ੍ਰਚਾਰ ਕੀਤਾ, ਦੂਜੇ 'ਚ ਕੀਤਾ, ਬਹੁਤ ਜ਼ਿਆਦਾ ਰਿਸਪੈਕਟ ਮਿਲੀ, ਇੱਜ਼ਤ ਮਿਲੀ ਅਤੇ ਉਹਨਾਂ ਨੂੰ ਬੜਾ ਡਾਢਾ ਉਤਸ਼ਾਹ ਮਿਲਿਆ। ਅਤੇ ਅਗਲੇ ਦਿਨ ਵੀ ਉਹਨਾਂ ਨੇ ਕਿਹਾ ਭਾਜੀ ਸਾਨੂੰ ਹੋਰ ਲਿਟਰੇਚਰ ਦੇ ਦਿਓ, ਅਸੀਂ ਪ੍ਰਚਾਰ ਕਰਨਾ ਹੈ। ਮੈਂ ਕਿਹਾ ਠੀਕ ਆ, ਬਹੁਤ ਅੱਛੀ ਗੱਲ ਹੈ, ਲੈ ਕੇ ਜਾਓ। ਔਰ ਜਦੋਂ ਲੈ ਕੇ ਗਏ ਦੂਸਰੇ ਦਿਨ ਉਹਨਾਂ ਨੇ ਦਰਵਾਜ਼ਾ ਖੜਕਾਇਆ ਅਤੇ ਉਸ ਘਰ ਦੇ ਵਿੱਚੋਂ ਸਰਦਾਰ ਭਾਈ ਨਿਕਲਿਆ। ਉਹਨੇ ਉਹਨਾਂ ਦੀ ਉਹ ਗੱਲਾਂ ਕੀਤੀਆਂ, ਉਹ ਉਹਨਾਂ ਦੇ ਨਾਲ ਬੋਲੇ। ਸਿਰਫ ਇੱਕ ਗੱਲ ਰਹਿ ਗਈ ਸੀ, ਉਹਨਾਂ ਨੂੰ ਕੁੱਟਣਾ, ਬਾਕੀ ਉਹਨੇ ਛੱਡਿਆ ਕੱਖ ਨਹੀਂ। ਤੇ ਉਹ ਅਗਲੇ ਦਿਨ ਮੇਰੇ ਕੋਲ ਸਵੇਰੇ ਆਇਆ ਤੇ ਉਸਨੇ ਕਿਹਾ ਲੈ ਭਾਈ ਆਪਣਾ ਝੋਲਾ ਤੇ ਇਹ ਲਿਟਰੇਚਰ, ਇਹ ਕੰਮ ਮੇਰੇ ਤੋਂ ਨਹੀਂ ਹੋਣਾ ਹੈ। ਮਤਲਬ ਜਦ ਤੱਕ ਸਾਨੂੰ ਆਦਰ ਮਿਲ ਰਿਹਾ ਹੈ, ਜਦ ਤੱਕ ਸਾਨੂੰ सम्मान मिल रहा है, जब तक लोग कह रहे चंगा कर रहा है, जब तक लोग कह रहे बहुत वधिया है, जब तक लोग तुहाडी तारीफ कर रहे हैं, तुसी कहंदे मैं मसीह दे नाल आ, मसीह मेरे नाल आ, मसीह मेरे विच काम कर रहा। पर जदों सताव आना शुरू हो गया तो साडी गैरत खत्म हो गई, साडी अणख खत्म हो गई। पौलुस रसूल एक बड़ा डूंगा वचन कहता है, मैं उसनूं आप दे लई पढ़ना चाहुंदा हां। गलातियां दी पुस्तक उसदे 6 अध्याय दे विच पौलुस रसूल कुछ इत्थे इस तरह की गल कर रहा है जिस दे नाल अजकल दे कई मसीही लोग अते कई मसीही प्रचारक इस तरह की गल कर रहे हैं। इत्थे 6 ਦਾ 11-12 ਵਿੱਚ ਪੌਲੁਸ ਰਸੂਲ ਆਖਦਾ ਹੈ, ਦੇਖੋ ਮੈਂ ਕੱਡੇ ਵੱਡੇ ਅੱਖਰਾਂ ਵਿੱਚ ਤੁਹਾਨੂੰ ਆਪਣੇ ਹੱਥੀਂ ਲਿਖਿਆ ਹੈ, ਜਿੰਨੇ ਲੋਕ ਸਰੀਰਕ ਦਿਖਾਵਾ ਦਿਖਾਉਣਾ ਚਾਹੁੰਦੇ ਹਨ ਉਹ ਤੁਹਾਡਾ ਖਤਰਾ ਕਰਵਾਉਣ ਦੇ ਲਈ ਦਬਾਅ ਦਿੰਦੇ ਹਨ। ਉਹ ਸਿਰਫ ਇਸ ਲਈ ਕਿ ਮਸੀਹ ਦੇ ਕਰੂਸ ਦੇ ਕਾਰਨ ਸਤਾਏ ਨਾ ਜਾਣ। ਮਸੀਹ ਦਾ ਸਤਾਵ ਤੁਹਾਡੇ ਉੱਤੇ ਨਾ ਆਵੇ। ਤੁਸੀਂ ਦੂਸਰਿਆਂ ਦੇ ਨਾਲ ਵੀ ਸਮਝੌਤਾ ਕਰ ਲਓ, ਤੁਸੀਂ ਉਹਨਾਂ ਦੇ ਵੀ ਜਾਓ, ਖਾਓ ਪੀਓ ਬੈਠੋ। ਇਹ ਅਣਖ ਦੀ ਗੱਲ ਨਹੀਂ ਹੈ, ਇਹ ਅਣਖ ਦਾ ਕੰਮ ਨਹੀਂ ਹੈ। ਇੱਥੇ ਮੈਂ ਇਹੀ ਚੀਜ਼ ਪੜ੍ਹ ਰਿਹਾ ਸਾਂ ਕਿ ਪਰਮੇਸ਼ਵਰ ਦੇ ਵਚਨ ਦੇ ਨਾਲ ਸਾਡੀ ਗੈਰਤ ਕਿੱਥੇ ਹੈ, ਸਾਡੀ ਅਣਖ ਕਿੱਥੇ ਹੈ। ਜਿਹੜਾ ਪਰਮੇਸ਼ਵਰ ਮੇਰੇ ਲਈ ਅਣਖੀ ਹੋ ਕੇ ਉਸਨੇ ਆਪਣੇ ਪਿਆਰੇ ਪੁੱਤਰ ਨੂੰ ਮੇਰੇ ਪਾਪਾਂ ਨੂੰ ਬਚਾਉਣ ਦੇ ਲਈ ਕਾਲਵਰੀ ਕਰੂਸ ਦੇ ਉੱਤੇ ਦੇ ਦਿੱਤਾ, ਉਹ ਪਰਮੇਸ਼ਰ ਪਿਤਾ ਦੇ ਲਈ ਅਣਖੀ ਸੀ। ਉਸਨੇ ਪਰਮੇਸ਼ਰ ਪਿਤਾ ਦੇ ਹੁਕਮ ਦੇ ਨਾਲ ਅਣਖੀ ਹੋ ਕੇ ਆਪਣੇ ਆਪ ਨੂੰ ਕਾਲਵਰੀ ਕਰੂਸ ਦੇ ਉੱਤੇ ਦੇ ਦਿੱਤਾ। ਬੜੀ ਵੱਡੀ ਗੱਲ ਹੈ, ਦੇ ਦਿੱਤਾ। ਕੀ ਮੇਰੇ ਜੀਵਨ ਦੇ ਵਿੱਚ ਇਹ ਗੱਲ ਹੈ? ਇਹਨਾਂ ਦਿਨਾਂ ਦੇ ਵਿੱਚ ਕੀ ਮੈਂ ਇਸ ਤਰ੍ਹਾਂ ਦਾ ਪ੍ਰਚਾਰ, ਇਹਨਾਂ ਦਿਨਾਂ ਦੇ ਵਿੱਚ ਲੋਕ ਉੱਠਦੇ ਆ ਤੇ ਉਹ ਕੀ ਕਰਦੇ ਆ, ਜਗ੍ਹਾ ਜਗ੍ਹਾ ਖੁਸ਼ਖਬਰੀ ਦਾ ਪ੍ਰਚਾਰ ਕਰਨਾ ਸ਼ੁਰੂ ਕਰ ਦਿੰਦੇ ਆ। ਮੈਂ ਇਸ ਦੇ ਅਗੇਂਸਟ ਨਹੀਂ ਆ, ਬਹੁਤ ਅੱਛੀ ਗੱਲ ਹੈ, ਪਰ ਪੂਰਾ ਸਾਲ ਇਹ ਕੰਮ ਕਰੋ। ਪੂਰਾ ਸਾਲ ਤੁਹਾਡੇ ਵਿੱਚ ਇਹ ਅਣਖ ਆਉਣੀ ਚਾਹੀਦੀ ਹੈ। ਇਸ ਵੇਲੇ ਨਹੀਂ ਕਿ ਹਾਂ ਪ੍ਰਭੂ ਚਰਨੀ ਵਿੱਚ ਜੀ ਉੱਠਿਆ, ਆਓ ਅਸੀਂ ਉਸ ਦੀ ਖੁਸ਼ੀ ਮਨਾਈਏ, ਨਥਿੰਗ ਐਲਸ। ਇੱਥੇ ਚੇਲੇ ਪ੍ਰਭੂ ਦੇ ਜੀ ਉੱਠਣ ਤੋਂ ਬਾਅਦ ਉਹ ਪ੍ਰਚਾਰ ਕਰ ਰਹੇ, ਉਹਨਾਂ ਨੂੰ ਰੋਕਿਆ ਗਿਆ ਪਰ ਉਹ ਰੁਕੇ ਨਹੀਂ। ਉਹਨਾਂ ਨੇ ਇੱਕੋ ਗੱਲ ਕਹੀ, ਇਹ ਹੋ ਨਹੀਂ ਸਕਦਾ ਸਾਡੇ ਕੋਲ ਕਿ ਜਿਹੜੀਆਂ ਗੱਲਾਂ ਅਸੀਂ ਵੇਖੀਆਂ ਤੇ ਸੁਣੀਆਂ ਉਹ ਨਾ ਆਖੀਏ, ਨਾ ਅਸੀਂ ਉਹਦਾ ਪ੍ਰਚਾਰ ਕਰੀਏ, ਸਾਡੇ ਕੋਲੋਂ ਨਹੀਂ ਹੋ ਸਕਦਾ। ਅਸੀਂ ਕਰਦੇ ਰਹਿਣਾ ਹੈ ਜਦ ਤੱਕ ਉਹ ਆ ਨਹੀਂ ਜਾਂਦਾ, ਤਾਂ ਕਿ ਜਿਹੜੇ ਲੋਕ ਪਰਮੇਸ਼ਵਰ ਨੇ ਚੁਣੇ ਹੈ ਉਹਨਾਂ ਤੱਕ ਇਹ ਸੰਦੇਸ਼ ਪਹੁੰਚ ਨਾ ਜਾਵੇ ਅਤੇ ਉਹ ਬਚਾਏ ਨਾ ਜਾਣ। ਉਦੋਂ ਤੱਕ ਅਸੀਂ ਇਸ ਪ੍ਰਚਾਰ ਨੂੰ, ਜਦ ਤੱਕ ਸਾਡੀ ਜਿੰਦ ਹੈ, ਅਸੀਂ ਕਰਦੇ ਰਹਿਣਾ ਹੈ। ਪਰ ਉਹਨਾਂ ਮਨੁੱਖਾਂ
ਦੀ ਨਹੀਂ, ਪਰਮੇਸ਼ਵਰ ਦੀ ਨਿਗਾਹ ਦੇ ਵਿੱਚ ਜੋ ਯੋਗ ਹੈ ਉਹੀ ਕਰਨ ਦਾ ਫੈਸਲਾ ਲਿਆ। ਮੈਂ ਇੱਕ ਸਵਾਲ ਕਰਾਂਗਾ, ਪਰਮੇਸ਼ਵਰ ਨੇ ਤੁਹਾਡੇ ਉੱਤੇ ਜੋ ਆਤਮਿਕ ਸੱਚਾਈ ਨੂੰ ਪ੍ਰਗਟ ਕੀਤਾ ਹੈ ਉਸ ਦੇ ਵਿਖੇ ਵਿੱਚ ਤੁਹਾਡਾ ਚੁੱਪ ਰਹਿਣਾ ਠੀਕ ਹੈ? ਜੋ ਪਰਮੇਸ਼ਵਰ ਨੇ ਤੁਹਾਡੇ ਲਈ ਸੱਚਾਈ ਦਾ ਕੰਮ ਕੀਤਾ ਹੈ, ਸੱਚਾਈ ਦਾ ਕੰਮ ਕੀ ਕੀਤਾ ਹੈ? ਪਰਮੇਸ਼ਵਰ ਨੇ ਆਪਣੇ ਪਿਆਰੇ ਪੁੱਤਰ ਨੂੰ ਇਸ ਦੁਨੀਆ ਦੇ ਵਿੱਚ ਸਾਰੀ ਮਨੁੱਖ ਜਾਤੀ ਨੂੰ ਬਚਾਉਣ ਦੇ ਲਈ ਆਪਣੇ ਪਿਆਰੇ ਪੁੱਤਰ ਨੂੰ ਕਲਵਰੀ ਕਰੂਸ ਦੇ ਉੱਤੇ ਦੇ ਦਿੱਤਾ। ਉਸ ਦਾ ਸਰਫਾ ਨਾ ਕੀਤਾ। ਉਹ ਮੇਰੇ ਪਾਪਾਂ ਲਈ ਮਾਰਿਆ ਗਿਆ, ਗੱਡਿਆ ਗਿਆ ਅਤੇ ਤੀਸਰੇ ਦਿਨ ਜੀ ਉੱਠਿਆ। ਹੁਣ ਉਹ ਮੇਰਾ ਪ੍ਰਭੂ ਹੈ। ਇਸ ਸੱਚਾਈ ਨੂੰ ਮੈਂ ਆਪਣੇ ਮੂੰਹ ਦੇ ਵਿੱਚ ਰੋਕ ਸਕਦਾ, ਉਸ ਨੂੰ ਚੁੱਪ ਕਰ ਸਕਦਾ? ਇੱਥੇ ਇਹ ਗੱਲ ਹੈ। ਮੈਂ ਆਪ ਨੂੰ ਸਵਾਲ ਇਹ ਪੁੱਛਿਆ ਹੈ ਕਿ ਤੁਸੀਂ ਇਸ ਗੱਲ ਦੇ ਵਿੱਚ ਚੁੱਪ ਰਹਿ ਸਕਦੇ ਹੋ? ਤੁਹਾਡਾ ਚੁੱਪ ਰਹਿਣਾ ਠੀਕ ਹੈ? ਨਹੀਂ। ਮੈਂ ਕਹਿੰਦਾ ਹਾਂ, ਪੌਲਸ ਰਸੂਲ ਨੇ ਕਿਤੇ ਵੀ ਆਪਣੀ ਜ਼ਬਾਨ ਨੂੰ ਨਹੀਂ ਰੋਕਿਆ, ਪਤਰਸ ਨੇ ਕਿਤੇ ਆਪਣੀ ਜ਼ਬਾਨ ਨੂੰ ਨਹੀਂ ਰੋਕਿਆ, ਯਹੋਨਾ ਨੇ ਆਪਣੀ ਕਿਤੇ ਜ਼ਬਾਨ ਨੂੰ ਨਹੀਂ ਰੋਕਿਆ। ਜਿੰਨੇ ਵੀ ਚੇਲੇ ਸੀ ਉਹਨਾਂ ਨੇ ਉਸ ਜ਼ਬਾਨ ਨੂੰ ਨਹੀਂ ਰੋਕਿਆ। ਉਹਨਾਂ ਨੇ ਪਰਮੇਸ਼ਵਰ ਦੇ ਲਈ ਆਪਣੇ ਜੀਵਨ ਨੂੰ ਦੇ ਦਿੱਤਾ। ਮੈਂ ਇੱਕ ਚੀਜ਼ ਦੱਸਣਾ ਚਾਹੁੰਦਾ ਹਾਂ, ਜਦੋਂ ਅਸੀਂ ਪ੍ਰਭੂ ਦੇ ਵਿੱਚ ਗੈਰਤ ਵਾਲਾ ਜੀਵਨ, ਮਤਲਬ ਅਣਖ ਵਾਲਾ ਜੀਵਨ ਜੀਂਦੇ ਹਾਂ ਤਾਂ ਆਨੰਦ ਤਾਂ ਆਉਂਦਾ ਹੀ ਆਉਂਦਾ ਹੈ, ਪਰ ਉਸ ਦੇ ਨਾਲ ਸਾਡੇ ਵਿੱਚ ਇੱਕ ਗੱਲ ਪ੍ਰਗਟ ਹੋ ਜਾਂਦੀ ਹੈ ਕਿ ਅਸੀਂ ਅਸਲ ਪ੍ਰਭੂ ਦੇ ਚੇਲੇ ਹਾਂ, ਅਸੀਂ ਅਸਲ ਪ੍ਰਭੂ ਦੀ ਸੰਤਾਨ ਹਾਂ। ਜਿਹਨੇ ਮੈਨੂੰ ਅਤੇ ਆਪ ਨੂੰ ਚੁਣਿਆ ਹੈ, ਜਿਹਨੇ ਮੈਨੂੰ ਅਤੇ ਆਪ ਨੂੰ ਆਪਣੀ ਭਗਤੀ ਦੇ ਲਈ ਰਚ ਲਿਆ ਹੈ, ਮੈਂ ਉਹਦੇ ਲਈ ਅਣਖੀ ਹਾਂ। ਔਰ ਇੱਥੇ ਮੈਂ ਇੱਕ ਹੋਰ ਆਪਣਾ ਖਾਸ ਗੱਲ ਤੁਹਾਨੂੰ ਦੱਸਣਾ ਚਾਹੁੰਦਾ ਹਾਂ। ਤੁਹਾਨੂੰ ਸ਼ਾਇਦ ਇਹ ਕਿਹਾ ਹੋਵੇਗਾ ਕਿ ਵਿਸ਼ੇਸ਼ ਸਿਧਾਂਤਾਂ ਦੇ ਵਿਖੇ ਵਿੱਚ ਸਾਡੇ ਪ੍ਰਾਰਥਨਾ ਭਵਨ ਵਿੱਚ ਨਾ ਬੋਲੋ, ਨਹੀਂ ਤਾਂ ਤੁਹਾਨੂੰ ਦੁਆਰਾ ਨਹੀਂ ਕਿਹਾ ਜਾਵੇਗਾ। ਕਈ ਵਾਰ ਸਾਨੂੰ ਲੋਕ ਪ੍ਰਭੂ ਦੇ ਘਰ ਦੇ ਵਿੱਚ ਪ੍ਰਭੂ ਦੇ ਵਚਨ ਦੇ ਲਈ ਸੱਦਦੇ ਆ ਤਾਂ ਉਹ ਸਾਨੂੰ ਕਹਿੰਦੇ ਆ ਕਿ ਤੁਸੀਂ ਪ੍ਰਭੂ ਦੇ ਸਿਧਾਂਤਾਂ ਦੇ ਉੱਤੇ ਗੱਲ ਨਹੀਂ ਕਰਨੀ ਹੈ, ਤੁਸੀਂ ਇਸ ਗੱਲ ਦੇ ਉੱਤੇ ਗੱਲ ਕਰਨੀ ਹੈ, ਉਸ ਗੱਲ ਦੇ ਲਈ ਗੱਲ ਕਰਨੀ। ਮੈਂ ਉਹਨਾਂ ਨੂੰ ਇੱਕੋ ਹੀ ਗੱਲ ਕਹਿੰਦਾ ਹਾਂ ਕਿ ਜਦ ਤੱਕ ਮੈਂ ਪ੍ਰਭੂ ਦੇ ਸਿਧਾਂਤ ਨੂੰ, ਪ੍ਰਭੂ ਦੇ ਵਚਨ ਨੂੰ ਸਹੀ ਤਰੀਕੇ ਦੇ ਨਾਲ ਪ੍ਰਗਟ ਨਾ ਕਰ ਦੇਵਾਂ, ਉਦੋਂ ਤੱਕ ਮੇਰੀ ਜ਼ਬਾਨ ਕਦੇ ਵੀ ਚੁੱਪ ਨਹੀਂ ਰਹੀ। ਮੈਂ ਆਪਣੇ ਪਰਮੇਸ਼ਵਰ ਦੇ ਦੱਸੇ ਹੋਏ ਸਿਧਾਂਤ ਤੋਂ ਇਲਾਵਾ ਕੋਈ ਹੋਰ ਗੱਲ ਕਰ ਹੀ ਨਹੀਂ ਸਕਦਾ। ਇਸੇ ਕਰਕੇ ਤਾਂ ਪੌਲਸ ਰਸੂਲ ਨੇ ਕਿਹਾ ਸੀ ਪਹਿਲਾ ਕੁਰਿੰਥੀਆਂ 1:23 ਦੇ ਵਿੱਚ, ਅਸੀਂ ਸਲੀਬ ਦਿੱਤੇ ਹੋਏ ਮਸੀਹ ਦਾ ਪ੍ਰਚਾਰ ਕਰਦੇ ਹਾਂ, ਕੋਈ ਹੋਰ ਪ੍ਰਚਾਰ ਸਾਡੇ ਕੋਲ ਨਹੀਂ ਹੈ। ਔਰ ਦੂਸਰੇ ਪਾਸੇ ਗਲਾਤੀਆਂ ਦੇ ਵਿੱਚ ਮੈਂ ਪਿਛਲੇ ਕੱਲ ਵੀ ਕਿਹਾ, ਜੇ ਅਸੀਂ ਇਸ ਤੋਂ ਇਲਾਵਾ ਕੋਈ ਹੋਰ ਪ੍ਰਚਾਰ ਕਰਾਂਗੇ ਤਾਂ ਅਸੀਂ ਸ਼ਰਾਬਿਤ ਹਾਂ। ਕਥਾ ਕਹਾਣੀਆਂ ਸਾਨੂੰ ਆਉਂਦੀਆਂ ਨਹੀਂ, ਕਥਾ ਕਹਾਣੀਆਂ ਅਸੀਂ ਸੁਣਾ ਨਹੀਂ ਸਕਦੇ, ਕਥਾ ਕਹਾਣੀਆਂ ਨਾਲ ਤੁਹਾਨੂੰ ਲੁਭਾ ਨਹੀਂ ਸਕਦੇ, ਕਥਾ ਕਹਾਣੀਆਂ ਨਾਲ ਅਸੀਂ ਤੁਹਾਨੂੰ ਲੁੱਟ ਨਹੀਂ ਸਕਦੇ, ਕਿਉਂਕਿ ਸਾਨੂੰ ਪਰਮੇਸ਼ਵਰ ਨੇ ਸੱਚੀ ਅਤੇ ਅਮੋਲਕ ਖੁਸ਼ਖਬਰੀ ਦਿੱਤੀ ਹੋਈ ਹੈ, ਜਿਸ ਦੇ ਨਾਲ ਅਸੀਂ ਸੱਚਾ ਪ੍ਰਚਾਰ ਕਰਕੇ ਪਰਮੇਸ਼ਵਰ ਦੇ ਵਚਨ ਦੇ ਲਈ ਗੈਰਤ ਵਾਲਾ ਜੀਵਨ ਜੀਵਾਂਗੇ। ਇਸੇ ਕਰਕੇ ਉਹਨੇ ਗੈਰਤ ਵਾਲੇ ਜੀਵਨ ਨੂੰ ਜੀਂਦੇ ਕਿਹਾ ਸੀ, ਜੀਣਾ ਮੇਰੇ ਲਈ ਮਸੀਹ ਤੇ ਮਰਨਾ ਲਾਭ ਹੈ। ਔਰ ਮੈਂ ਇਹ ਵੀ ਸਮਝਦਾ ਹਾਂ ਜਿਹੜੇ ਆਪਣਾ ਇਸ ਭਵਨ ਦੇ ਵਿੱਚ ਬੋਲਣ ਨੂੰ ਰੋਕਦੇ ਆ, ਅਜਿਹੇ ਸਮੇਂ ਵਿੱਚ ਤੁਸੀਂ ਕੀ ਕਰੋਗੇ? ਕੀ ਤੁਸੀਂ ਬਹੁਤ ਸਮਝਦਾਰ ਬਣਦੇ ਹੋਏ ਅਜਿਹਾ ਕਹਿੰਦੇ ਹੋ ਕਿ ਮੈਂ ਤੁਹਾਡੇ ਸਭਾ ਸਥਾਨਾਂ ਵਿੱਚ ਕੋਈ ਸਮੱਸਿਆ ਖੜੀ ਨਹੀਂ ਕਰਨਾ ਚਾਹੁੰਦਾ ਹਾਂ? ਕਦੇ ਤੁਸੀਂ ਇਹ ਸਮਝਦੇ ਹੋ ਕਿ ਮੈਂ ਇਸ ਤਰ੍ਹਾਂ ਨਾਲ ਤੁਹਾਨੂੰ ਸੇਵਾ ਕਰਨ ਦਾ ਜ਼ਿਆਦਾ ਮੌਕਾ ਪ੍ਰਾਪਤ ਹੋਵੇਗਾ? ਮੈਂ ਕਹਿੰਦਾ ਨਹੀਂ।
ਮੈਨੂੰ ਜੋ ਸੇਵਾ ਕਰਨ ਦਾ ਜ਼ਿਆਦਾ ਮੌਕਾ ਮਿਲਿਆ ਹੈ ਉਹ ਜਦੋਂ ਮੈਂ ਪ੍ਰਚਾਰ ਕਰਨ ਦੇ ਲਈ ਫੀਲਡ ਦੇ ਵਿੱਚ ਜਾਂਦਾ ਹਾਂ, ਨਵੇਂ ਲੋਕਾਂ ਦੇ ਨਾਲ ਮਿਲਦਾ ਹਾਂ, ਨਵੇਂ ਲੋਕਾਂ ਨੂੰ ਮੈਂ ਖੁਸ਼ਖਬਰੀ ਦਿੰਦਾ ਹਾਂ, ਨਵੇਂ ਲੋਕਾਂ ਨੂੰ ਮੈਂ ਪਰਮੇਸ਼ਵਰ ਦੇ ਜੀਵਨ ਦੇ ਬਾਰੇ ਪ੍ਰਕਾਸ਼ ਕਰਦਾ ਹਾਂ, ਨਵੇਂ ਲੋਕਾਂ ਦੇ ਵਿੱਚ ਮੈਂ ਪਰਮੇਸ਼ਵਰ ਨੂੰ ਅਸੀਂ ਕਿਵੇਂ ਦੇਖ ਸਕਦੇ ਹਾਂ, ਉਸ ਦੇ ਪੁੱਤਰ ਯਿਸੂ ਮਸੀਹ ਦੇ ਵਿੱਚ ਜਦੋਂ ਇਹ ਗੱਲਾਂ ਕਰਦੇ ਹਾਂ ਤਾਂ ਮੈਨੂੰ ਬਹੁਤ ਜ਼ਿਆਦਾ ਪ੍ਰਚਾਰ ਕਰਨ ਦਾ ਮੌਕਾ ਮਿਲਦਾ ਹੈ। ਮੈਨੂੰ ਸਭਾ ਘਰਾਂ ਦੇ ਵਿੱਚ ਜਾਂ ਸਭਾ ਜਗ੍ਹਾ ਦੇ ਵਿੱਚ ਜਾ ਕੇ ਕਿਸੇ ਦੇ ਨਾਲ ਸਿਧਾਂਤਿਕ ਸਮਝੌਤੇ ਕਰਕੇ ਪ੍ਰਚਾਰ ਕਰਨਾ ਨਹੀਂ ਆਉਂਦਾ ਹੈ, ਔਰ ਨਾ ਮੇਰੇ ਤੋਂ ਇਹ ਹੁੰਦਾ ਹੈ, ਕਿਉਂਕਿ ਪਰਮੇਸ਼ਰ ਦਾ ਵਚਨ ਮੇਰੇ ਅੱਗੇ ਸਾਫ਼ ਕਹਿੰਦਾ ਹੈ, ਕਿਉਂਕਿ ਇਹ ਸਾਥੋਂ ਹੋ ਨਹੀਂ ਸਕਦਾ ਜਿਹੜੀਆਂ ਗੱਲਾਂ ਅਸੀਂ ਵੇਖੀਆਂ ਤੇ ਸੁਣੀਆਂ ਉਹਨਾਂ ਨੂੰ ਅਸੀਂ ਨਾ ਆਖੀਏ। ਬਾਈਬਲ ਦੇ ਵਿੱਚ ਲਿਖਿਆ ਹੈ। ਅੱਜ ਮੇਰੀ ਕਿਸੇ ਨਾਲ ਗੱਲ ਹੋ ਰਹੀ ਸੀ ਤਾਂ ਕਿਸੇ ਨੇ ਮੈਨੂੰ ਕਿਹਾ, ਭਾਈ ਆਪਣਾ ਕੀ ਬਾਈਬਲ ਦੇ ਅਨੁਸਾਰ ਪ੍ਰਭੂ ਯਿਸੂ ਮਸੀਹ ਦੇ ਵਚਨ ਦੇ ਵਿੱਚ ਔਰਤਾਂ ਪ੍ਰਚਾਰ ਕਰ ਸਕਦੀਆਂ? ਮੈਂ ਬੜਾ ਸੋਚ ਸਮਝ ਕੇ ਗੱਲਬਾਤ ਕਰਕੇ ਉਹਨੂੰ ਕਿਹਾ, ਮੈਂ ਕਿਹਾ ਦੇਖ ਭਰਾ, ਔਰਤਾਂ ਦੇ ਵਿੱਚ ਪ੍ਰਚਾਰ ਕਰ ਸਕਦੀਆਂ, ਬਾਈਬਲ ਦੱਸਦੀ ਹੈ, ਪਰ ਔਰਤਾਂ ਕਦੇ ਪੁਲਪਿਟ ਦੇ ਉੱਤੇ ਖੜ ਕੇ ਪ੍ਰਚਾਰ ਕਰਨ ਬਾਈਬਲ ਅਜਿਹੀ ਪ੍ਰਵਾਨਗੀ ਨਹੀਂ ਦਿੰਦੀ। ਜਦੋਂ ਅਸੀਂ ਪ੍ਰਭੂ ਯਿਸੂ ਮਸੀਹ ਦਾ ਹੌਲੀ ਕਮਿਸ਼ਨ ਪੜ੍ਹਦੇ ਹਾਂ, ਹੌਲੀ ਕਮਿਸ਼ਨ ਮਤਲਬ ਪਵਿੱਤਰ ਕਮਾਂਡ, ਪਵਿੱਤਰ ਆਗਿਆ ਜੋ ਉਹਨੇ ਆਪਣੇ ਚੇਲਿਆਂ ਨੂੰ ਦਿੱਤੀ ਸੀ, ਉਹਨਾਂ ਨੂੰ ਇਹੋ ਕਿਹਾ ਸੀ, ਤੁਸੀਂ ਜਾਓ, ਜਾ ਕੇ ਤੁਸੀਂ ਚੇਲੇ ਬਣਾਓ, ਉਹਨਾਂ ਨੂੰ ਪਿਤਾ, ਪੁੱਤਰ ਅਤੇ ਪਵਿੱਤਰ ਆਤਮਾ ਦੇ ਨਾਮ ਬਪਤਿਸਮਾ ਦਿਓ। ਇਹ 12 ਰਸੂਲਾਂ ਨੂੰ, ਜਿਹੜੇ ਉੱਥੇ ਰਸੂਲ ਸੀ, ਉਹਨਾਂ ਨੂੰ ਉਸਨੇ ਇਹ ਹੁਕਮ ਦਿੱਤਾ, ਉਹਨਾਂ ਨੂੰ ਇਹ ਚੀਜ਼ ਦੀ ਮੁਨਾਦੀ ਕਰਨ ਦਾ ਉਸਨੇ ਹੱਕ ਦੇ ਦਿੱਤਾ। ਔਰ ਮੈਂ ਇੱਕ ਗੱਲ ਇਹ ਵੀ ਕਹੀ ਕਿ 12 ਪੱਤਰੀ ਜਿੰਨੀਆਂ ਵੀ ਆਪਣਾ ਬਾਈਬਲ ਦੇ ਵਿੱਚ ਨਵੇਂ ਨਿਯਮ ਦੇ ਵਿੱਚ ਕਿਤਾਬਾਂ ਹੈ, ਉਹਦੇ ਵਿੱਚ ਮੈਂ ਕੋਈ ਲੇਡੀਜ਼ ਦੇ ਬਾਰੇ ਪ੍ਰਚਾਰ ਜਾਂ ਲੇਡੀਜ਼ ਦੇ ਬਾਰੇ ਕੋਈ ਪੱਤਰੀ ਅਜਿਹੀ ਨਹੀਂ ਪੜ੍ਹੀ ਹੈ ਜਿਸ ਦੇ ਬਾਰੇ ਪਰਮੇਸ਼ਰ ਨੇ ਕੁਝ ਅਜਿਹਾ ਕਿਹਾ ਹੋਵੇ ਜਾਂ ਕੀਤਾ ਹੋਵੇ। ਔਰ ਬਾਈਬਲ ਦੇ ਵਿੱਚ ਸਾਫ਼ ਤੌਰ 'ਤੇ ਲਿਖਿਆ ਹੈ ਕਿ ਮੈਂ ਔਰਤਾਂ ਨੂੰ ਕਲੀਸਿਆ ਦੀ ਸਭਾ ਦੇ ਵਿੱਚ ਬੋਲਣ ਦੀ ਪ੍ਰਵਾਨਗੀ ਨਹੀਂ ਦਿੰਦਾ। ਇਹ ਬੜਾ ਸਾਫ਼ ਵਚਨ ਹੈ। ਔਰ ਉਸਨੇ ਫਿਰ ਮੈਨੂੰ ਕਿਹਾ ਕਿ ਜਿਹੜੇ ਕਰਦੇ ਨੇ, ਮੈਂ ਉਹਨਾਂ ਨੂੰ ਉਸ ਨੂੰ ਇੱਕੋ ਹੀ ਗੱਲ ਕਹੀ, ਉੱਥੇ ਮੈਂ ਸਾਇਲੈਂਟ ਆ। ਸਾਇਲੈਂਟ ਦਾ ਮਤਲਬ ਇਹ ਨਹੀਂ ਕਿ ਮੈਂ ਆਪਣਾ ਕੁਝ ਕਹਿ ਨਹੀਂ ਸਕਦਾ, ਮੈਂ ਇਹ ਕਹਿ ਰਿਹਾ ਉਸ ਨੂੰ ਮੈਂ ਪਰਮੇਸ਼ਰ ਦੇ ਨਿਆਂ ਦੇ ਹੱਥ ਵਿੱਚ ਸੌਂਪਤਾ, ਕਿਉਂਕਿ ਉਸ ਗੱਲ ਦਾ ਪਰਮੇਸ਼ਰ ਨਿਆਂ ਲਏਗਾ, ਕਿਉਂਕਿ ਉਹ ਵਚਨ ਦੇ ਵਿੱਚ ਲਿਖਿਆ ਹੈ। ਮੈਂ ਵਚਨ ਤੋਂ ਬਾਹਰ ਨਹੀਂ ਜਾ ਸਕਦਾ ਹਾਂ, ਮੈਂ ਕਿਸੇ ਦਾ ਨਿਆਂ ਨਹੀਂ ਕਰਦਾ, ਮੈਂ ਕਿਸੇ ਨੂੰ ਰੋਕ ਨਹੀਂ ਸਕਦਾ, ਪਰ ਵਚਨ ਦੇ ਵਿੱਚ ਮੈਂ ਦੱਸ ਸਕਦਾ ਕਿ ਵਚਨ ਦੇ ਵਿੱਚ ਲਿਖਿਆ ਹੈ ਤੁਹਾਨੂੰ ਅਜਿਹਾ ਕਰਨਾ ਯੋਗ ਨਹੀਂ। ਉਸ ਦਾ ਨਿਆਂ ਫਿਰ ਪਰਮੇਸ਼ਰ ਹੀ ਲਏਗਾ, ਕਿਉਂਕਿ ਸਾਡਾ ਵਿਸ਼ਵਾਸੀਆਂ ਦਾ ਵੀ ਵਚਨ ਦੇ ਅਨੁਸਾਰ ਨਿਆਂ ਹੋਣਾ ਹੈ। ਅਸੀਂ ਉਸ ਤੋਂ ਬਚ ਨਹੀਂ ਸਕਦੇ ਹਾਂ। ਇਸ ਲਈ ਮੈਂ ਇਸ ਗੱਲ ਦੀ ਕਦੇ ਵੀ ਕਿਸੇ ਦੇ ਨਾਲ ਹਾਮੀ ਨਹੀਂ ਭਰੀ ਕਿ ਮੈਂ ਇਹ ਕੰਮ ਕਰਾਂਗਾ। ਮੈਂ ਆਪਣਾ ਤੁਹਾਡੇ ਸਿਧਾਂਤਾਂ ਦੇ ਅਨੁਸਾਰ ਸਮਝੌਤਾ ਕਰਕੇ ਨਹੀਂ, ਮੈਂ ਸਮਝੌਤਾ ਕਦੇ ਨਹੀਂ ਕਰ ਸਕਦਾ, ਕਿਉਂਕਿ ਜੋ ਪਰਮੇਸ਼ਰ ਨੇ ਮੈਨੂੰ ਵਚਨ ਸਿਖਾਇਆ ਹੈ, ਜੋ ਵਚਨ ਮੈਨੂੰ ਦੱਸਿਆ ਹੈ, ਜਿਸ ਵਚਨ ਦਾ ਖੁਲਾਸਾ ਉਸਨੇ ਮੇਰੇ ਵਿੱਚ ਕੀਤਾ ਹੈ, ਮੈਂ ਉਸ ਦੀ ਸੱਚਾਈ ਨੂੰ ਦੱਸਣ ਤੋਂ ਕਦੇ ਰੋਕ ਨਹੀਂ ਸਕਦਾ। ਔਰ ਬਾਈਬਲ ਦੇ ਵਿੱਚ ਇਸ ਗੱਲ ਦੇ ਨਾਲ ਮੈਂ ਇਹ ਵੀ ਕਹਿੰਦਾ ਹਾਂ ਕਿ ਜੇ ਤੁਸੀਂ ਇਹ ਸੋਚ ਰਹੇ ਹੋਵੋਗੇ ਤਾਂ ਇਹ ਤੁਹਾਡੀ ਵੱਡੀ ਭੁੱਲ ਹੈ, ਪਰ ਪਵਿੱਤਰ ਆਤਮਾ ਦੇ ਦੁਆਰਾ ਚੰਗਾ ਨਤੀਜਾ ਆ ਸਕਦਾ ਹੈ ਜਦੋਂ ਵੀ ਪਰਮੇਸ਼ਰ ਤੁਹਾਨੂੰ ਆਪਣਾ ਵਚਨ ਪ੍ਰਗਟ ਕਰਨ ਦਾ ਮੌਕਾ ਦਿੰਦਾ ਹੈ ਅਤੇ ਤੁਹਾਨੂੰ ਦਿਲ ਵਿੱਚ ਸੰਦੇਸ਼ ਨੂੰ ਦਿੰਦਾ ਹੈ। ਇਸ ਤਰ੍ਹਾਂ ਉਸ ਦੀ ਮਰਜ਼ੀ ਇਹ ਹੈ ਕਿ ਮਨੁੱਖਾਂ ਨੂੰ ਨਹੀਂ, ਪਰ ਪਰਮੇਸ਼ਰ ਨੂੰ ਖੁਸ਼ ਕਰਨ ਦੇ ਲਈ ਵਿਸ਼ਵਾਸ ਪੂਰਵਕ ਉਸ ਨੂੰ ਪ੍ਰਗਟ ਕਰੋ। ਅਸੀਂ ਮਨੁੱਖਾਂ ਨੂੰ ਖੁਸ਼ ਕਰਨ ਦੇ ਲਈ ਇਹ ਸੰਦੇਸ਼ ਨਹੀਂ ਦਿੰਦੇ, ਬਿਲਕੁਲ ਨਹੀਂ। ਅਸੀਂ ਪਰਮੇਸ਼ਰ ਨੂੰ
खुश ਕਰਨ ਦੇ ਲਈ ਇਹ ਸੰਦੇਸ਼ ਦਿੰਦੇ ਆ। ਕਈ ਲੋਕ ਮਨੁੱਖਾਂ ਨੂੰ ਖੁਸ਼ ਕਰਨ ਦੇ ਲਈ ਕੀ ਕਰਦੇ ਆ, ਮੈਂ ਉਹ ਆਪ ਨੂੰ ਪੜ੍ਹ ਰਿਹਾ ਹਾਂ ਦੂਸਰਾ ਕਰੰਥੀਆਂ ਦੇ ਵਿੱਚ ਉਸ ਦਾ 2 ਅਧਿਆਏ ਹੈ। हाँ 2:15 ਤੋਂ ਲੈ ਕੇ 17 ਤੱਕ ਪੜ੍ਹ ਰਿਹਾ ਹਾਂ। ਕਿਉਂ ਜੋ ਅਸੀਂ ਪਰਮੇਸ਼ਵਰ ਦੇ ਲਈ ਉਹਨਾਂ ਵਿੱਚ ਜਿਹੜੇ ਮੁਕਤੀ ਨੂੰ ਪ੍ਰਾਪਤ ਹੋ ਰਹੇ ਹਨ ਅਤੇ ਉਹਨਾਂ ਦੇ ਵਿੱਚ ਜਿਹੜੇ ਨਾਸ਼ ਹੋ ਰਹੇ ਹਨ ਮਸੀਹ ਦੀ ਸੁਗੰਧੀ ਹਾਂ। ਇਹਨਾਂ ਨੂੰ ਮੌਤ ਲਈ ਮੌਤ ਦੀ ਬੋ ਪਰ ਉਹਨਾਂ ਨੂੰ ਜੀਵਨ ਲਈ ਜੀਵਨ ਦੀ ਬੋ ਹਾਂ। ਅਤੇ ਇਹ ਗੱਲਾਂ ਯੋਗ ਕੌਣ ਹੈ? ਅਸੀਂ ਤਾਂ ਵਾਲਿਆਂ ਦੀ ਨਿਆਈ ਪਰਮੇਸ਼ਰ ਦੀ ਬਾਣੀ ਵਿੱਚੋਂ ਮਿਲਾਵਟ ਨਹੀਂ ਕਰਦੇ, ਪਰ ਨਿਸ਼ਕਪਟਤਾ ਦੇ ਨਾਲ ਪਰਮੇਸ਼ਰ ਦੀ ਵੱਲੋਂ ਪਰਮੇਸ਼ਰ ਦੇ ਅੱਗੇ ਮਸੀਹ ਦੇ ਵਿੱਚ ਹੋ ਕੇ ਬੋਲਦੇ ਹਾਂ। ਅਸੀਂ ਮਿਲਾਵਟ ਦੇ ਨਾਲ ਗੱਲ ਨਹੀਂ ਕਰਦੇ, ਹਾਂ ਚਲੋ ਮਿਲਾ ਦਈਏ ਉਹਨਾਂ ਨੂੰ ਖੁਸ਼ ਕਰ ਦਿੰਦੇ ਹਾਂ, ਨਹੀਂ। ਜੋ ਪਰਮੇਸ਼ਰ ਦਾ ਵਚਨ ਕਹਿੰਦਾ ਹੈ ਅਸੀਂ ਉਹੀ ਵਿਸ਼ਵਾਸ ਪੂਰਵਕ ਨਾਲ ਬੋਲਦੇ ਹਾਂ ਅਤੇ ਪਰਮੇਸ਼ਰ ਨੂੰ ਉੱਚਾ ਕਰਦੇ ਹਾਂ, ਮਨੁੱਖਾਂ ਨੂੰ ਨਹੀਂ। ਕਿਉਂਕਿ ਪਰਮੇਸ਼ਰ ਦਾ ਵਚਨ ਜੋ ਸਾਨੂੰ ਸਿੱਧਾ ਦਿੱਤਾ ਗਿਆ ਉਹੀ ਅਸੀਂ ਆਪ ਨੂੰ ਦੇ ਰਹੇ ਹਾਂ। ਪੌਲਸ ਵੀ ਇਹੀ ਕਹਿ ਰਿਹਾ, ਜਿਹੜੀ ਖਬਰ ਮੈਨੂੰ ਮਸੀਹ ਤੋਂ ਮਿਲੀ ਉਹ ਅਸੀਂ ਤੁਹਾਨੂੰ ਦੇ ਰਹੇ, ਉਹਦੇ ਵਿੱਚ ਮਿਲਾਵਟ ਨਹੀਂ ਕਰ ਰਹੇ। ਅੱਗੇ ਉਹ ਇਸ ਗੱਲ ਨੂੰ ਕਹਿੰਦਾ ਹੈ ਜੋ ਲੋਕ ਪਰਮੇਸ਼ਰ ਦੇ ਵਚਨ ਨੂੰ ਅਪਣਾਉਂਦੇ ਨਹੀਂ ਤਾਂ ਉਹ ਇਸ ਦੀ ਜ਼ਿੰਮੇਵਾਰੀ ਉਹਨਾਂ ਦੇ ਸਿਰ ਉੱਤੇ ਹੋਵੇਗੀ। ਪਰ ਤੁਸੀਂ ਆਪਣੀ ਜ਼ਿੰਮੇਵਾਰੀ ਤੋਂ ਆਜ਼ਾਦ ਹੋ ਗਏ। ਪਵਿੱਤਰ ਆਤਮਾ ਦੇ ਦੁਆਰਾ ਪ੍ਰੇਮ ਅਤੇ ਦਿਆਲਗੀ ਨਾਲ ਤੁਹਾਨੂੰ ਪਰਮੇਸ਼ਰ ਦਾ ਵਚਨ ਦੇਣਾ ਚਾਹੀਦਾ ਹੈ। ਇਸ ਦੇ ਨਾਲ ਮੈਂ ਕੁਝ ਗੱਲਾਂ ਆਪ ਦੇ ਨਾਲ ਕੁਝ ਕਰੈਕਟਰਸ ਦੇ ਵਿੱਚ ਮੈਂ ਕਰਨਾ ਚਾਹੁੰਦਾ ਹਾਂ ਜੋ ਪਰਮੇਸ਼ਰ ਦੇ ਵਚਨ ਵਿੱਚ ਮੈਂ ਵੇਖੀਆਂ ਹਨ। ਪਹਿਲੀ ਗੱਲ ਅਸੀਂ ਦੇਖਦੇ ਹਾਂ ਯਰਮਾਇਆ ਦੀ ਪੁਸਤਕ ਉਸ ਦਾ 20 ਅਧਿਆਏ ਉਸ ਦੀ 9 ਆਇਤ ਦੇ ਵਿੱਚ ਪਰਮੇਸ਼ਰ ਕੀ ਕਹਿ ਰਿਹਾ ਹੈ। ਮੈਂ ਆਪ ਦੇ ਲਈ ਪੜ੍ਹ ਰਿਹਾ। ਯਰਮਾਇਆ ਦੀ ਪੁਸਤਕ ਉਸ ਦਾ 20 ਅਧਿਆਏ ਉਸ ਦੀ 9 ਆਇਤ ਦੇ ਵਿੱਚ ਪਰਮੇਸ਼ਰ ਕੁਝ ਇਸ ਤਰ੍ਹਾਂ ਕਹਿ ਰਿਹਾ ਹੈ। ਇੱਥੇ ਲਿਖਿਆ ਹੈ, ਜੇ ਮੈਂ ਆਖਾਂ ਮੈਂ ਉਹਦਾ ਜ਼ਿਕਰ ਨਾ ਕਰਾਂਗਾ, ਨਾ ਉਹਦਾ ਨਾਮ ਲੈ ਕੇ ਅੱਗੇ ਨੂੰ ਗੱਲਾਂ ਕਰਾਂਗਾ, ਤਾਂ ਉਹ ਮੇਰੇ ਦਿਲ ਵਿੱਚ ਬਲਦੀ ਅੱਗ ਵਾਂਗੂ ਹੋਵੇਗਾ, ਜਿਹੜੀ ਮੇਰੀਆਂ ਹੱਡੀਆਂ ਵਿੱਚ ਲੁਕੀ ਹੋਈ ਹੈ। ਮੈਂ ਇਹਨੂੰ ਰੱਖਦਾ ਥੱਕ ਗਿਆ ਹਾਂ, ਮੈਂ ਸਹਿ ਨਹੀਂ ਸਕਦਾ। ਇਹਦਾ ਮਤਲਬ ਹੈ ਯਰਮਾਇਆ ਦੱਖਣ ਇਸਰਾਇਲ ਦੇ ਵਿੱਚ ਬਾਰ-ਬਾਰ ਇਹ ਕਹਿ ਰਿਹਾ ਸੀ ਬਾਲ ਦੀ ਪੂਜਾ ਬੰਦ ਕਰ ਦਿਓ, ਬਾਲ ਦੇ ਨਬੀਆਂ ਦੇ ਮਗਰ ਨਾ ਲੱਗੋ, ਤੁਸੀਂ ਝੂਠੇ ਨਬੀਆਂ ਦੀ ਗੱਲ ਨਾ ਸੁਣੋ, ਸੱਚੇ ਨਬੀਆਂ ਦੀ ਗੱਲ ਸੁਣੋ, ਮੁੜੋ ਅਤੇ ਪਰਮੇਸ਼ਰ ਤੁਹਾਨੂੰ ਬਹਾਲ ਕਰੇਗਾ। ਪਰ ਇਸਰਾਏਲੀਆਂ ਨੇ ਨਹੀਂ ਕੀਤਾ, ਨਾ ਇਸਰਾਇਲ ਦੇ ਰਾਜਿਆਂ ਨੇ ਕੀਤਾ, ਚੱਕ ਕੇ ਉਹਨੂੰ ਜੇਲ੍ਹ ਦੇ ਵਿੱਚ ਪਾ ਦਿੱਤਾ। ਇਹਦਾ ਮਤਲਬ ਜਿਹੜਾ ਸੱਚਾਈ ਬੋਲਦਾ ਹੈ ਉਸ ਨੂੰ ਤਸੀਹੇ ਅਤੇ ਦੁੱਖ ਮਿਲਦੇ ਹੈ। ਪਤਰਸ ਨੂੰ ਵੀ ਮਿਲੇ ਹੈ, ਪੌਲਸ ਨੂੰ ਵੀ ਮਿਲੇ ਹੈ, ਯਹੰਨਾ ਨੂੰ ਮਿਲੇ ਹੈ, ਯਾਕੂਬ ਨੂੰ ਮਿਲੇ। ਯਾਕੂਬ ਦਾ ਤਾਂ ਧੌਣੀ ਲਾ ਦਿੱਤੀ ਹੈ, ਸਟੈਫਨਸ ਨੂੰ ਪੱਥਰਾਂ ਨਾਲ ਮਾਰ ਦਿੱਤਾ ਹੈ, ਯਸ਼ਾਇਆ ਨੂੰ ਆਰੇ ਦੇ ਨਾਲ ਚੀੜ ਦਿੱਤਾ ਹੈ। ਤੁਸੀਂ ਕੀ ਸੋਚਦੇ ਹੋ? ਪਰ ਇਹ ਮਰੇ ਨਹੀਂ, ਇਹ ਜ਼ਿੰਦਾ ਹੈ ਕਿਉਂਕਿ ਇਹ ਪਰਮੇਸ਼ਰ ਦੇ ਸਾਹਮਣੇ ਖੜੇ ਹੈ। ਕਿਉਂਕਿ ਅਸੀਂ ਜਦੋਂ ਇਸ ਧਰਤੀ ਦੇ ਉੱਤੇ ਸੱਚ ਦੇ ਲਈ ਜੀਵਨ ਕਮਾਉਂਦੇ ਹਾਂ, ਸੱਚ ਦੇ ਲਈ ਜੀਵਨ ਜਿਉਂਦੇ ਹਾਂ, ਤਾਂ ਸੱਚ ਦਾ ਪ੍ਰਤੀਫਲ ਸਾਡਾ ਪਰਮੇਸ਼ਰ ਸਵਰਗ ਦੇ ਵਿੱਚ ਸਭਨਾਂ ਦੇ ਸਾਹਮਣੇ ਦੇਗਾ, ਜਿੱਥੇ ਅਸੀਂ ਆਦਰ ਦੇ ਯੋਗ ਗਿਣੇ ਜਾਵਾਂਗੇ। ਇਸ ਸਮੇਂ ਦੇ ਵਿੱਚ ਸਾਨੂੰ ਉਹ ਕੰਮ ਕਰਨ ਦੀ ਲੋੜ ਹੈ। ਇਸ ਸਮੇਂ ਦੇ ਵਿੱਚ ਪਰਮੇਸ਼ਰ ਦੀ ਸੱਚਾਈ ਨੂੰ ਬੋਲਣ ਦੀ ਲੋੜ ਹੈ, ਨਾ ਕਿ ਕ੍ਰਿਸਮਸ ਦੇ ਉੱਤੇ, ਨਾ ਕਿ ਆਪਣਾ ਸੈਂਟਾ ਕਲੌਜ਼ ਦੇ ਉੱਤੇ, ਨਾ ਕਿ ਗਿਫਟਾਂ ਦੇ ਉੱਤੇ, ਨਾ ਕਿਸੇ ਹੋਰ ਚੀਜ਼ ਦੇ ਉੱਤੇ, ਬਲਕਿ ਪਰਮੇਸ਼ਰ ਦੀ ਉਸ ਸੱਚਾਈ ਨੂੰ ਜਿਸ ਨੂੰ ਇਸ ਝੂਠ ਨੇ ਬਚਾਉਣ ਦੀ ਕੋਸ਼ਿਸ਼ ਕੀਤੀ ਹੈ।
ਅਸੀਂ ਸੱਚ ਦੇ ਮਗਰ ਚੱਲਣਾ ਹੈ, ਝੂਠ ਦੇ ਮਗਰ ਨਹੀਂ ਚੱਲਣਾ। ਔਰ ਇਹੋ ਗੱਲ ਰਸੂਲ ਕਹਿੰਦੇ ਰਹਿ ਗਏ, ਕਿਉਂਕਿ ਰਸੂਲਾਂ ਦੇ ਵਿੱਚ ਪਰਮੇਸ਼ਰ ਪੁੱਤਰ ਦੇ ਵਚਨ ਦੀ ਗੈਰਤ ਸੀ, ਔਰ ਉਸ ਗੈਰਤ ਦੇ ਨਾਲ ਉਹ ਸੱਚਾਈ ਬੋਲਣ ਤੋਂ ਕਦੇ ਰੁਕੇ ਨਹੀਂ, ਕਿਸੇ ਦੇ ਅੱਗੇ ਡਰੇ ਨਹੀਂ, ਕਿਸੇ ਦੇ ਅੱਗੇ ਝੁਕੇ ਨਹੀਂ। ਰਾਜਿਆਂ ਮਹਾਰਾਜਿਆਂ ਦੇ ਅੱਗੇ ਉਹਨਾਂ ਨੇ ਪਰਮੇਸ਼ਰ ਦੇ ਸੰਦੇਸ਼ ਨੂੰ ਡਟ ਕੇ ਸੁਣਾਇਆ ਹੈ, ਚਾਹੇ ਉਹਨਾਂ ਨੂੰ ਉਸ ਦਾ ਨੁਕਸਾਨ ਉਠਾਉਣਾ ਪਿਆ। ਯੂਸਫ ਸੱਚਾਈ ਦੇ ਪਿੱਛੇ ਚੱਲਦਾ ਸੀ ਤਾਂ ਉਸ ਨੂੰ ਜੇਲ੍ਹ ਮਿਲੀ। ਦਾਨੀਅਲ ਸੱਚ ਦੀ ਉਪਾਸਨਾ ਕਰਦਾ ਸੀ, ਉਹਨਾਂ ਨੂੰ ਅੱਗ ਦੀ ਭੱਠੀ ਦੇ ਵਿੱਚ ਸੁੱਟ ਦਿੱਤਾ ਗਿਆ। ਮੇਰੇ ਪਿਆਰੇ ਅਜ਼ੀਜ਼, ਜੇ ਅਸੀਂ ਸੱਚ ਦੇ ਪਿੱਛੇ ਚੱਲਦੇ ਹਾਂ ਤਾਂ ਪਰਮੇਸ਼ਰ ਮੇਰੇ ਪਿੱਛੇ ਹੈ ਅਤੇ ਉਹ ਮੈਨੂੰ ਸੰਭਾਲਦਾ ਹੈ, ਮੈਨੂੰ ਨਾਸ਼ ਨਹੀਂ ਹੋਣ ਦਿੰਦਾ। ਪਰਮੇਸ਼ਰ ਨੇ ਇਸੇ ਕਰਕੇ ਤਾਂ ਮਤੀ 28:20 ਦੇ ਵਿੱਚ ਆਖਿਆ ਸੀ, ਵੇਖੋ ਯੁੱਗ ਦੇ ਅੰਤ ਤਿੱਕਰ ਸदैव ਮੈਂ ਤੁਹਾਡੇ ਨਾਲ ਹਾਂ। ਜੇ ਤੁਸੀਂ ਸੱਚ ਦੇ ਵਚਨ ਨੂੰ ਮੇਰੀ ਗੈਰਤ ਦੇ ਨਾਲ ਇਸ ਦੁਨੀਆ ਦੇ ਸਾਹਮਣੇ ਬੋਲਦੇ ਰਹੇ ਤਾਂ ਮੈਂ ਹਰ ਵੇਲੇ ਤੁਹਾਡੇ ਨਾਲ ਹੋ ਕੇ ਤੁਹਾਡੀ ਹਿਫਾਜ਼ਤ ਕਰਾਂਗਾ ਅਤੇ ਤੁਹਾਨੂੰ ਨਿਤ ਪ੍ਰਤੀ ਦਿਨ ਆਪਣੇ ਭੇਤਾਂ ਨੂੰ ਤੁਹਾਡੇ ਵਿੱਚ ਪ੍ਰਗਟ ਕਰਕੇ ਆਪਣੇ ਰਾਜ ਵਿੱਚ ਲੈ ਕੇ ਚੱਲਾਂਗਾ। ਹੁਣ ਫੈਸਲਾ ਮੇਰਾ ਹੈ, ਮੈਂ ਪ੍ਰਭੂ ਯਿਸੂ ਮਸੀਹ ਦੇ ਗੈਰਤ ਵਾਲੇ ਵਚਨ ਦੇ ਨਾਲ ਜੀਣਾ ਹੈ ਜਾਂ ਸੰਸਾਰ ਵਾਲੇ ਵਚਨ ਦੇ ਨਾਲ। ਸੰਸਾਰ ਦਾ ਵਚਨ ਮੈਨੂੰ ਨਾਸ਼ ਕਰ ਦੇਵੇਗਾ, ਪ੍ਰਭੂ ਯਿਸੂ ਮਸੀਹ ਦੇ ਗੈਰਤ ਦਾ ਵਚਨ ਮੈਨੂੰ ਸਵਰਗ ਦੇ ਵਿੱਚ ਆਪਣੇ ਨਾਲ ਬੈਠਣ ਦਾ ਇਖਤਿਆਰ ਦੇਵੇਗਾ। ਫੈਸਲਾ ਆਪ ਨੇ ਕਰਨਾ ਹੈ। ਪ੍ਰਭੂ ਆਪ ਨੂੰ ਇਸ ਵਚਨ ਦੇ ਨਾਲ ਫੈਸਲਾ ਕਰਦੇ ਹੋਏ ਉਹਦੀ ਸੱਚਾਈ ਦੇ ਵੱਲ ਚੱਲਣ ਦੇ ਲਈ ਮਦਦ ਕਰੇ। ਜੈ ਮਸੀਹ ਦੀ।